ਕਹੀ ਦੁਨੀਆ ਹੈ ਦੁਨੀਆ ਦਿਲਾਂ ਵਿੱਚ ਥਾਂ ਨਹੀਂ ਕੋਈ, ਹਜ਼ਾਰਾਂ ਰੁੱਖ ਹਰਿਆਲੇ ਕਿਸੇ ਦੀ ਛਾਂ ਨਹੀਂ ਕੋਈ। ਅਸੀਂ ਕਿਸ ਦੁਨੀਆ 'ਚ ਵਸਦੇ ਹਾਂ? ਮਨੁੱਖ ਦੇ ਘਿਨਾਉਣੇਪਣ ਦੇ ਕੁਝ ਦ੍ਰਿਸ਼। ਗੀਤਾ ਚੋਪੜਾ ਰੇਪ ਮਰਡਰ ਕੇਸ 1978, ਨਿਰਭਇਆ ਜਬਰ ਜਨਾਹ 2012, मुंबई शक्ति मिल्स बलात्कार केस 2013, दिल्ली खूनी दरवाजा रेप मामला, कंधमाल गैंग रेप औरत की उम्र 71 साल 2015, आसफा नाबालिग नाल कठुआ बलात्कार केस 2018, डॉक्टर प्रियंका रेप मर्डर 2019 हैदराबाद ते हुण मनीषा बलात्कार कतल ते पदोही विखे यूपी विच बच्ची नाल रेप ते मर्डर दा मामला। राष्ट्रीय जुर्म रिकार्ड ब्यूरो NCRB ਦੇ ਅੰਕੜੇ ਕੀ ਕਹਿੰਦੇ ਨੇ? ਦੇਸ਼ ਵਿੱਚ ਕੁੱਲ ਬਲਾਤਕਾਰ ਦੇ ਮਾਮਲੇ ਦਰਜ ਹੋਏ 2004 ਵਿੱਚ 18,233, 2005 ਵਿੱਚ 18,259, 2006 ਵਿੱਚ 19,348, 2007 ਵਿੱਚ 20,737, 2008 ਵਿੱਚ 21,467, 2009 ਵਿੱਚ 21,397 ਤੇ 2010 ਵਿੱਚ 22,172। 2010 ਤੋਂ 2014 ਤੱਕ ਇਸ ਵਿੱਚ 65% ਵਾਧਾ ਦਰਜ ਹੋਇਆ। ਉੱਤਰ ਪ੍ਰਦੇਸ਼ ਵਿੱਚ ਇਸ ਸਮੇਂ ਕਾਲ ਦੌਰਾਨ 121% ਰੇਪ ਦੇ ਮਾਮਲਿਆਂ ਵਿੱਚ ਵਾਧਾ ਦਰਜ ਹੋਇਆ। 2018 ਵਿੱਚ ਦੇਸ਼ ਵਿੱਚ ਕੁੱਲ 33,556 ਰੇਪ ਦੇ ਮਾਮਲੇ ਦਰਜ ਹੋਏ, ਜਦਕਿ 2019 ਵਿੱਚ 32,033 ਮਾਮਲੇ ਰਿਪੋਰਟ ਹੋਏ। 2020 ਵਿੱਚ ਬਲਾਤਕਾਰ ਵਾਲੇ ਰਾਜਾਂ ਵਿੱਚ ਉੱਤਰ ਪ੍ਰਦੇਸ਼ ਅਵਲ ਨੰਬਰ ਤੇ ਸੀ। ਅਜੇ ਤੱਕ ਅਵਲ ਨੰਬਰ ਤੇ ਚੱਲ ਰਿਹਾ ਹੈ ਤੇ 2020 ਵਿੱਚ ਹੀ ਰਾਜਸਥਾਨ ਦੂਜੇ ਤੇ ਮਹਾਰਾਸ਼ਟਰ ਤੀਜੇ ਨੰਬਰ ਤੇ ਹੈ। ਇਹ ਮਾਮਲਾ ਜਾਤ ਦਾ ਹੈ, ਲਿੰਗ ਦਾ ਹੈ, ਸਮਾਜ ਦੀ ਮਾਨਸਿਕ ਬਿਮਾਰੀ ਵਾਲੀ ਮਰਦਾਊ ਸੋਚ ਦਾ ਹੈ, ਇਹ ਸਿਆਸੀ ਹਥਿਆਰ ਹੈ ਜਾਂ ਕੁਝ ਹੋਰ। ਨਤਾਣੇ ਲਤਾੜੇ ਜਾ ਰਹੇ ਨੇ ਤੇ ਸਭ ਤੋਂ ਵੱਧ ਇਸ ਜ਼ਬਰ ਦਾ ਸ਼ਿਕਾਰ ਹੋ ਰਹੀ ਹੈ ਔਰਤ। ਜੋਰਾਵਰ ਦਾ ਸੱਤੀ ਵੀ 100 ਹਜ਼ਾਰਾਂ ਸਾਲ ਪਹਿਲਾਂ ਵੀ ਸੀ ਤੇ ਅੱਜ ਵੀ ਹੈ। ਜਿन्हें नाज है हिंद पर वो कहां है। ਇਹ ਕਿਸ ਦੁਨੀਆ ਵਿੱਚ ਅਸੀਂ ਰਹਿ ਰਹੇ ਹਾਂ? ਇੱਥੇ ਨਾ ਕੋਈ ਅਹਿਸਾਸਮੰਦੀ ਹੈ, ਨਾ ਕੋਈ ਸੁਣਵਾਈ, ਬਸ ਚੀਕਾਂ ਹਨ ਤੇ ਜਾਂ ਫਿਰ ਠਹਾਕੇ। ਇਹਨਾਂ ਤਾਂ ਇਹੀ ਕੂੜ ਕਮਾਉਣਾ ਖੱਟਣਾ ਹੈ, ਇਹਨਾਂ ਤਾਂ ਇਹੀ ਕੂੜ ਕਮਾਉਣਾ ਖੱਟਣਾ ਹੈ, ਆਪਣਾ ਹੀ ਥੁੱਕਿਆ ਵਾਰ-ਵਾਰ ਆਪ ਹੀ ਬੇਸ਼ਰਮੀ ਨਾਲ ਚੱਟਣਾ ਹੈ। ਅਸੀਂ ਕੀ ਕਰ ਰਹੇ ਹਾਂ? ਖੁਦ ਨੂੰ ਸਵਾਲ ਪੁੱਛੀਏ, ਅਸੀਂ ਕੀ ਕਰ ਰਹੇ ਹਾਂ? ਜੀਵ ਤੇ ਤਾਲਾ ਲਾਈ ਜਿਉਂਦੇ ਮਰ ਰਹੇ ਹਾਂ। ਔਰਤ ਜੋ ਮਾਂ, ਭੈਣ, ਦੋਸਤ, ਪ੍ਰੇਮਿਕਾ ਤੇ ਇਸ ਸ੍ਰਿਸ਼ਟੀ ਦੀ ਰਚੈਤਾ ਮੰਨੀ ਗਈ ਸੀ, ਤੱਕ ਸੀਮਤ ਕਰ ਦਿੱਤੀ ਗਈ ਵੇਖ ਕੇ ਜਬਰ ਜਨਾਹ ਨਾਲ ਤੜਫਦੀ ਮਰਦੀ ਵੇਖ ਕੇ ਕਿੰਜ ਮਹਿਸੂਸ ਕਰ ਰਹੇ ਹਾਂ? ਦਰਦ ਕਹਾਣੀ ਵੇਖ ਕੇ ਸੁਣ ਕੇ, ਦਰਦ ਕਹਾਣੀ ਵੇਖ ਕੇ ਸੁਣ ਕੇ ਇਕਣ ਚੁੱਪ ਨਾ ਰਹੀਏ। ਆਵੋ ਕੁਝ ਸੁਣੀਏ ਕੁਝ ਕਹੀਏ, ਆਵੋ ਕੁਝ ਸੁਣੀਏ ਕੁਝ ਕਹੀਏ। ਦੋਸਤੋ, ਸਾਡਾ ਸਮਾਜ, ਸਾਡਾ ਮੁਲਕ ਵੇਖਿਆ ਜਾਵੇ ਤਾਂ ਪੂਰੀ ਦੁਨੀਆ ਜਿਹੜੀ ਹੈ ਬੜੇ ਸੰਕਟ ਚੋਂ ਗੁਜ਼ਰ ਰਹੀ ਆ। ਬਹੁਤ ਮੰਦੇ ਹਾਦਸੇ ਹੋ ਰਹੇ ਨੇ, ਖਿੱਚੋਤਾਣ ਬਹੁਤ ਵੱਧ ਗਈ ਹੈ, ਮਾਨਸਿਕ ਤਣਾਅ ਬਹੁਤ ਵੱਧ ਚੁੱਕੇ ਨੇ। ਬਹੁਤ ਹੀ ਉਦਾਸ ਮਨ ਨਾਲ ਤੁਹਾਡੇ ਨਾਲ ਇਹ ਗੱਲ ਸ਼ੇਅਰ ਕਰ ਰਹੇ ਹਾਂ, ਕਿਉਂਕਿ ਪੂਰਾ ਮੁਲਕ ਹੀ ਉਹਦੇ ਵਿੱਚ ਉਦਾਸ ਹੈ। ਖਾਸ ਕਰਕੇ ਜਿਨ੍ਹਾਂ ਨੂੰ ਹੋਣਾ ਚਾਹੀਦਾ, ਪੂਰਾ ਮੁਲਕ ਤਾਂ ਨਾ ਕਹੀਏ, ਕਿ ਹਾਥਰਸ ਦੇ ਇੱਕ ਪਿੰਡ ਦੀ ਬੇਟੀ ਮਨੀਸ਼ਾ ਵਾਲਮੀਕੀ ਨਾਲ ਜੋ ਵਾਪਰਿਆ ਉਹ ਬਹੁਤ ਹੀ ਦੁਖਦਾਈ ਹੈ। ਸ਼ਾਇਦ ਇਸ ਕਰਕੇ ਵੀ ਵਾਪਰ ਰਿਹਾ ਕਿ ਜਿਹੜੀ ਮੁੜ ਚਿਰਾਂ ਤੋਂ ਸਾਡੇ ਕੁਝ ਲੋਕਾਂ ਦੀ ਜਾਂ ਸਾਡੇ ਕੁਝ ਹਾਕਮਾਂ ਦੀ ਚਾਹ ਸੀ,
ਕਿ ਇੱਕ ਰਾਮ ਰਾਜ ਖੜਾ ਕਰਾਂਗੇ, ਉਹ ਹੋ ਗਿਆ। ਅਤੇ ਰਾਮ ਰਾਜ ਵਿੱਚ ਕਿਹੋ ਜਿਹਾ ਇਨਸਾਫ ਮਿਲ ਰਿਹਾ ਸਾਰਿਆਂ ਨੂੰ, ਉਹ ਸਾਡੇ ਸਾਹਮਣੇ ਹੈ। ਉਹਨਾਂ ਦੇ ਜਾਂ ਦਲਿਤਾਂ ਦੇ ਹਰ ਰੋਜ਼ ਮਰਡਰ ਹੁੰਦੇ ਨੇ, ਉਹਨਾਂ ਦੇ ਕਤਲ ਹੁੰਦੇ ਨੇ। ਔਰਤਾਂ ਹਰ ਰੋਜ਼ ਜ਼ਬ੍ਹਾ ਹੋ ਰਹੀਆਂ ਨੇ, ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਨੇ, ਅਤੇ ਉਹਨਾਂ ਦੇ ਨਾਲ ਬਲਾਤਕਾਰ ਹੋ ਰਹੇ ਨੇ। ਇਹ ਕਿਹੋ ਜਿਹੇ ਸਮੇਂ ਵਿੱਚ ਆਪਾਂ ਸਾਹ ਲੈ ਰਹੇ ਹਾਂ। ਬੜੀ ਮੰਦਭਾਗੀ ਹੈ ਕਿ ਸਰਕਾਰਾਂ ਆਪ ਇਹਦੇ ਵਿੱਚ ਮਸਰੂਫ ਨੇ, ਇਹਦੇ ਵਿੱਚ ਮਿਲੀਆਂ ਹੋਈਆਂ ਨੇ। ਮਨੀਸ਼ਾ ਦਾ ਜਿਸ ਤਰੀਕੇ ਨਾਲ ਬਲਾਤਕਾਰ ਹੋਇਆ, ਸਮੂਹਿਕ ਬਲਾਤਕਾਰ ਹੋਇਆ, ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ, ਉਹਨੂੰ ਅਪਾਹਜ ਕਰ ਦਿੱਤਾ ਗਿਆ, ਉਸ ਨੂੰ ਉਹਦੀ ਜ਼ਬਾਨ ਵੀ ਕੱਟ ਦਿੱਤੀ ਗਈ। ਸ਼ਾਇਦ ਇਹ ਵੀ ਛੱਡ ਕੇ ਉਹ ਚਲੇ ਗਏ ਕਿ ਇਹ ਮਰੀ ਗਈ ਹੈ ਜਾਂ ਮਰ ਜਾਵੇਗੀ ਛੇਤੀ, ਅਤੇ ਸਾਨੂੰ ਕੋਈ ਫੜ ਨਹੀਂ ਸਕੇਗਾ। ਇਸ ਹੱਦ ਤੱਕ ਅਸੀਂ ਜਾਂ ਸਾਡਾ ਸਮਾਜ ਗਿਰਾਵਟ ਵਿੱਚ ਜਾ ਚੁੱਕਿਆ ਹੈ ਕਿ ਆਪਣੇ ਮੁਲਕ ਦੇ ਬਸ਼ਿੰਦੇ ਹੋਣ 'ਤੇ ਬੜੀ ਨਮੋਸ਼ੀ ਹੁੰਦੀ ਹੈ, ਬੜਾ ਅਫਸੋਸ ਹੁੰਦਾ ਹੈ। ਅਤੇ ਸਾਨੂੰ ਇਹਨਾਂ ਸਮਿਆਂ ਵਿੱਚ ਕੀ ਕਰਨਾ ਚਾਹੀਦਾ ਹੈ? ਜ਼ੁਲਮ ਹੋ ਰਹੇ ਨੇ, ਮਾੜੇ ਕਰਮ ਗੁਜ਼ਾਰੇ ਜਾ ਰਹੇ ਨੇ, ਕੁਕਰਮ ਹੋ ਰਹੇ ਨੇ, ਲੋਕਾਂ ਦੀਆਂ ਪਰੇਸ਼ਾਨੀਆਂ ਵੱਧ ਗਈਆਂ ਨੇ। ਕੋਵਿਡ ਦੇ ਵਿੱਚ ਲੋਕ ਬੇਕਾਰ ਹੋ ਗਏ ਨੇ, ਬੇਗਾਰੀ ਵੱਧ ਗਈ ਹੈ। ਔਰ ਇਹ ਅਤਿਆਚਾਰ ਜਿਹੜੇ ਨੇ, ਉਹ ਜਿਹੜੇ ਸਾਨ ਨੇ, ਉਹ ਖੁੱਲ੍ਹੇ ਭੂਤਰੇ ਫਿਰਦੇ ਨੇ ਕਿ ਜਿਵੇਂ ਉਹਨਾਂ ਦਾ ਆਪਣਾ ਰਾਜ ਆ ਗਿਆ ਹੋਵੇ। ਹੁਣ ਇਹ ਉੱਚ ਜਾਤੀਆਂ ਵੱਲੋਂ ਜਾਂ ਇਹ ਖਾਸ ਕਰਕੇ ਜਿਹੜੇ ਠਾਕੁਰ ਨੇ, ਰਾਜਪੂਤ ਕਹਿਲਾਉਂਦੇ ਨੇ, ਮੁੱਛਾਂ 'ਤੇ ਤਾ ਦਿੰਦੇ ਨੇ, ਉਹ ਸਮਝਦੇ ਨੇ ਕਿ ਉਹਨਾਂ ਦੇ ਪੁਰਾਣੇ ਰਾਜ ਜਿਹੜੇ ਨੇ ਵਾਪਸ ਆ ਗਏ ਨੇ। ਉਹ ਜਿਹਦੇ ਨਾਲ ਮਰਜ਼ੀ ਜੋ ਕਰਨ, ਉਹਦੇ ਨਾਲ ਇਹਨਾਂ ਨੂੰ ਬਲ ਵੀ ਬਖਸ਼ਦਾ ਹੈ ਕਿ ਜਿਹੜਾ ਅਯੋਧਿਆ ਬਾਬਰੀ ਮਸਜਿਦ ਦਾ ਮਸਲਾ ਸੀ, ਉਹਦੇ ਵਿੱਚ ਸਾਰੇ ਬਰੀ ਵੀ ਹੋ ਗਏ ਨੇ ਕਿ ਜਿਨ੍ਹਾਂ ਦੀ ਤਾਕਤ ਹੁੰਦੀ ਹੈ, ਸੰਸਥਾਵਾਂ ਵੀ ਉਹਨਾਂ ਦੀਆਂ ਹੁੰਦੀਆਂ ਨੇ। ਪਹਿਲਾਂ ਤਾਂ ਕੋਰਟ ਕੋਲੋਂ ਕੁਝ ਸਾਨੂੰ ਉਮੀਦ ਹੁੰਦੀ ਸੀ, ਅੱਜ ਕੱਲ੍ਹ ਕੋਰਟਾਂ ਦਾ ਵੀ ਹਾਲ ਵੇਖ ਲਓ ਤੁਸੀਂ ਕੀ ਹੋ ਗਿਆ। ਅਤੇ ਬਸ ਇਹੋ ਹੀ ਹੈ ਕਿ ਰਾਹ ਕਿਤਿਓਂ ਨਹੀਂ ਦਿਖਾਈ ਦੇਣਾ, ਕਿਸੇ ਨੇ ਨਹੀਂ ਦਿਖਾਉਣਾ। ਸਾਨੂੰ ਆਪ ਹੀ ਸਾਰਿਆਂ ਨੂੰ ਇੱਕ ਦੂਸਰੇ ਦਾ ਹੱਥ ਫੜਨਾ ਪੈਣਾ ਅਤੇ ਆਵਾਜ਼ ਉਠਾਉਣੀ ਪੈਣੀ ਆ। ਜੇ ਅੱਜ ਅਸੀਂ ਨਾ ਬੋਲੇ ਤਾਂ ਫਿਰ ਹਮੇਸ਼ਾ ਲਈ ਚੁੱਪ ਕਰਵਾ ਦਿੱਤੇ ਜਾਵਾਂਗੇ ਜਾਂ ਕਰਵਾਏ ਜਾ ਰਹੇ हैं। ਅਤੇ ਮੇਰੀ ਗੁਜ਼ਾਰਿਸ਼ ਹੈ ਸਾਰੇ ਮੁਲਕ ਦੇ ਜਿੰਨੇ ਵੀ ਚਿੰਤਕ ਹੈਗੇ ਨੇ, ਉਹ ਸਾਰਿਆਂ ਨੂੰ ਇਕੱਠੇ ਹੋਣ ਅਤੇ ਇਕਜੁੱਟ ਹੋਣ ਅਤੇ ਇਸ ਬੇਇਨਸਾਫੀ, ਇਸ ਜ਼ੁਲਮ ਦੇ ਖਿਲਾਫ, ਵੱਧਦੇ ਹੋਏ ਅਤਿਆਚਾਰਾਂ ਦੇ ਖਿਲਾਫ ਆਪਣੀਆਂ ਆਵਾਜ਼ਾਂ ਬੁਲੰਦ ਕਰਨ। ਦੋਸਤੋ, ਸਮਾਂ ਐਸਾ ਹੈ ਕਿ ਲੱਗਦਾ ਹੈ ਕਿ ਕੁਝ ਕਹਿਣ ਸੁਣਨ ਨੂੰ ਬਚਿਆ ਹੀ ਨਹੀਂ। ਪਰ ਜੇ ਕੁਝ ਕਵਾਂਗੇ ਨਾ, ਨਹੀਂ, ਤਦ ਵੀ ਗੁਜ਼ਾਰਾ ਨਹੀਂ ਹੈ। ਮੈਂ ਆਪਣੇ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰ ਰਹੀ ਹਾਂ। ਨਜ਼ਮ ਦਾ ਰੂਪ ਨੇ, ਨਜ਼ਮ ਹੈ ਕਦੋਂ ਤੱਕ। ਹੋ ਗਏ ਹਾਂ ਅਸੀਂ ਚੀਕਾਂ ਸੁਣਨ ਦੇ ਆਦੀ, ਕਿ ਹੋ ਗਏ ਹਾਂ ਅਸੀਂ ਚੀਕਾਂ ਸੁਣਨ ਦੇ ਆਦੀ। ਹਰ ਵਾਰ ਕਰਦੇ ਹਾਂ ਹਾਏ ਹਾਏ, ਤੇ ਫਿਰ ਬਹਿ ਜਾਂਦੇ ਹਾਂ ਭੁੱਲ ਕੇ ਚੀਕ। ਕਿ ਹਰ ਵਾਰ ਕਰਦੇ ਹਾਂ ਹਾਏ ਹਾਏ, ਤੇ ਬਹਿ ਜਾਂਦੇ ਹਾਂ ਭੁੱਲ ਕੇ ਚੀਕ। ਬੇਬਸ ਹਾਂ ਅਸੀਂ ਕਿ ਨਹੀਂ ਦਿਸਦੀਆਂ ਸਾਨੂੰ ਹਨੇਰਿਆਂ 'ਚ ਸੜਦੀਆਂ ਚਿਤਾਵਾਂ। ਬੇਬਸ ਹਾਂ ਅਸੀਂ ਕਿ ਨਹੀਂ ਦਿਸਦੀਆਂ ਸਾਨੂੰ ਹਨੇਰਿਆਂ 'ਚ ਸੜਦੀਆਂ ਚਿਤਾਵਾਂ। ਟੁੰਡੇ ਹੋ ਗਏ ਨੇ ਸਭ ਹੱਥ, ਟੁੰਡੇ ਹੋ ਗਏ ਨੇ ਸਭ ਹੱਥ, ਕਿ ਨਹੀਂ ਕੱਢ ਸਕਦੇ ਚਿਖਾ 'ਚੋਂ ਇੱਕ ਵੀ ਬਲਦੀ ਚੁਆਤੀ। ਕਿ ਟੁੰਡੇ ਹੋ ਗਏ ਨੇ ਹੱਥ, ਕਿ ਨਹੀਂ ਕੱਢ ਸਕਦੇ ਚਿਖਾ 'ਚੋਂ ਇੱਕ ਵੀ ਬਲਦੀ ਚੁਆਤੀ। ਨਹੀਂ ਜਾਣਦੇ ਅਸੀਂ ਕਿ ਜਦੋਂ
ਸੂਰਜ ਹੀ ਹੋ ਜਾਏ ਸ਼ਰਮਸਾਰ ਤਾਂ ਮੋਮਬੱਤੀਆਂ ਨਾਲ ਨਹੀਂ ਹੁੰਦਾ ਚਾਨਣ। ਨਹੀਂ ਜਾਣਦੇ ਅਸੀਂ ਕਿ ਜਦੋਂ ਸੂਰਜ ਹੀ ਹੋ ਜਾਏ ਸ਼ਰਮਸਾਰ ਤਾਂ ਮੋਮਬੱਤੀਆਂ ਨਾਲ ਨਹੀਂ ਹੁੰਦਾ ਚਾਨਣ। ਸੜਕਾਂ ਤੇ ਉਤਰ ਕਿਸ ਤੋਂ ਮੰਗ ਰਹੇ ਹਾਂ ਇਨਸਾਫ। ਸੜਕਾਂ ਤੇ ਉਤਰ ਕਿਸ ਤੋਂ ਮੰਗ ਰਹੇ ਹਾਂ ਇਨਸਾਫ। ਅਦਲੀ ਘਰਾਂ ਦੀਆਂ ਕੰਧਾਂ ਤੇ ਲਿਖਿਆ ਹੈ ਕੁਝ ਨਹੀਂ ਹੋਇਆ, ਇੱਥੇ ਤਾਂ ਪੱਤਾ ਵੀ ਨਹੀਂ ਹਿੱਲਿਆ, ਫਿਰ ਕਿਸ ਗੱਲ ਦਾ ਤੂਫਾਨ। ਅਦਲੀ ਘਰਾਂ ਦੀਆਂ ਕੰਧਾਂ ਤੇ ਲਿਖਿਆ ਹੈ ਕੁਝ ਨਹੀਂ ਹੋਇਆ, ਇੱਥੇ ਤਾਂ ਪੱਤਾ ਵੀ ਨਹੀਂ ਹਿੱਲਿਆ, ਫਿਰ ਕਿਸ ਗੱਲ ਦਾ ਤੂਫਾਨ। ਮਾਲਕ ਨੇ ਉਹਨਾਂ ਨੇ ਲਾਈ ਹੈ ਬਸ ਆਪਣੀ ਮਾਲਕੀ ਦੀ ਮੋਹਰ, ਕਿ ਮਾਲਕ ਨੇ ਉਹਨਾਂ ਨੇ ਲਾਈ ਹੈ ਬਸ ਮਾਲਕੀ ਦੀ ਮੋਹਰ। ਮਰ ਚੁੱਕੇ ਨੇ ਪਿੰਡੇ ਸਭ, ਮਾਲਕ ਦਾ ਪਵੇ ਕੋਈ ਛਾਂਟਾ, ਪਵੇ ਕੋਈ ਹਥੌੜਾ, ਉਧੇੜ ਦਿੱਤਾ ਜਾਵੇ ਭਾਵੇਂ ਹਿਕਾਰਤ ਦੇ ਨਾਲ, ਬਸ ਸੀ ਨਹੀਂ ਕਰਨੀ। ਕਿ ਮਰ ਚੁੱਕੇ ਨੇ ਪਿੰਡੇ ਸਭ, ਮਾਲਕ ਦਾ ਪਵੇ ਕੋਈ ਛਾਂਟਾ, ਪਵੇ ਕੋਈ ਹਥੌੜਾ, ਉਧੇੜ ਦਿੱਤਾ ਜਾਵੇ ਭਾਵੇਂ ਹਿਕਾਰਤ ਦੇ ਨਾਲ, ਬਸ ਸੀ ਨਹੀਂ ਕਰਨੀ। ਲਿਖਿਆ ਹੈ ਕੰਧਾਂ ਤੇ ਕਿ ਸੀ ਕਰਨਾ ਅਪਰਾਧ ਹੈ, ਕਿ ਲਿਖਿਆ ਹੈ ਕੰਧਾਂ ਤੇ ਕਿ ਸੀ ਕਰਨਾ ਅਪਰਾਧ ਹੈ। ਕਿੰਨੀਆਂ ਕੁ ਚੀਕਾਂ ਗੁਆਚ ਜਾਣਗੀਆਂ ਜੰਗਲਾਂ 'ਚ, ਕਿ ਕਿੰਨੀਆਂ ਕੁ ਚੀਕਾਂ ਗੁਆਚ ਜਾਣਗੀਆਂ ਜੰਗਲਾਂ 'ਚ, ਕਿੰਨੀਆਂ ਕੁ ਮੁਰਦਾ ਦੇਹਾਂ ਬਲਣਗੀਆਂ ਹਨੇਰਿਆਂ ਵਿੱਚ, ਕਿ ਬਣੇਗੀ ਕੋਈ ਇੱਕ ਫੂਲਨ। ਕਿ ਕਿੰਨੀਆਂ ਕੁ ਚੀਕਾਂ ਗੁਆਚ ਜਾਣਗੀਆਂ ਜੰਗਲਾਂ 'ਚ, ਕਿੰਨੀਆਂ ਕੁ ਮੁਰਦਾ ਦੇਹਾਂ ਬਲਣਗੀਆਂ ਹਨੇਰਿਆਂ ਵਿੱਚ, ਕਿ ਬਣੇਗੀ ਕੋਈ ਇੱਕ ਫੂਲਨ ਜੋ ਮਾਲਕੀ ਦੀ ਮੋਹਰ ਤੋਂ ਕਰੇਗੀ ਇਨਕਾਰ। ਕਿ ਕੋਈ ਇੱਕ ਬਣੇਗੀ ਫੂਲਨ ਜੋ ਮਾਲਕੀ ਦੀ ਮੋਹਰ ਤੋਂ ਕਰੇਗੀ ਇਨਕਾਰ। ਕਦੋਂ ਤੱਕ ਕਰਾਂਗੇ ਅਸੀਂ ਉਸ ਫੂਲਨ ਦਾ ਇੰਤਜ਼ਾਰ, ਕਦੋਂ ਤੱਕ ਕਰਾਂਗੇ ਅਸੀਂ ਉਸ ਫੂਲਨ ਦਾ ਇੰਤਜ਼ਾਰ। ਇਹ ਕੋਈ ਨਜ਼ਮ ਨਹੀਂ ਹੈ। ਯਾਦ ਹੈ ਨਾ ਕੇਰਲ ਵਿੱਚ ਇੱਕ ਹਥਨੀ ਦੇ ਕਤਲ ਤੇ ਇਸ ਦੇਸ਼ ਦੇ ਹਾਕਮ, ਮੀਡੀਆ, ਤਰ੍ਹਾਂ ਦੇ ਸੰਗਠਨ ਕਿਸ ਤਰ੍ਹਾਂ ਧਾਹਾਂ ਮਾਰ ਕੇ ਰੋਏ ਸਨ। ਤੁਹਾਨੂੰ ਯਾਦ ਹੈ ਨਾ ਇੱਕ ਖਿਡਾਰੀ ਦੀ ਉਂਗਲ ਤੇ ਜ਼ਖਮ ਹੋਣ ਨਾਲ ਦੇਸ਼ ਦੇ ਰਾਜੇ ਨੇ ਕਿੰਨੇ ਟਵੀਟ ਕੀਤੇ ਸਨ, ਕਿੰਨਾ ਦੁੱਖ ਪ੍ਰਗਟਾਇਆ ਸੀ। ਯਾਦ ਹੈ ਨਾ ਮਹਾਨਾਇਕ ਅਖਵਾਉਂਦੇ ਐਕਟਰ ਨੂੰ ਕਰੋਨਾ ਹੋਣ ਤੇ ਮੀਡੀਆ ਉਸ ਦੀ ਰੁਟੀਨ ਦੇ ਇੱਕ ਸਕਿੰਟ ਦਾ ਹਿਸਾਬ ਦਿੰਦਾ ਰਿਹਾ ਸੀ। ਯਾਦ ਹੈ ਨਾ ਇੱਕ ਐਕਟਰ ਦੀ ਮੌਤ ਦਾ ਸਵਾਲ ਹਿੰਦੁਸਤਾਨ ਦੇ ਸਾਰੇ ਸਵਾਲਾਂ ਤੋਂ ਵੱਡਾ ਹੋ ਕੇ ਮੀਡੀਆ ਦੀ ਜ਼ਿੰਦਗੀ ਮੌਤ ਦਾ ਸਵਾਲ ਬਣ ਗਿਆ ਸੀ। ਯਾਦ ਹੈ ਨਾ ਜੇਲ੍ਹ ਵਿੱਚ ਬੰਦ ਰੀਆ ਚੱਕਰਵਰਤੀ ਦੀਆਂ ਬੁਰਕੀਆਂ ਤੱਕ ਗਿਣੀਆਂ ਨੇ ਇਸ ਮੀਡੀਆ। ਯਾਦ ਹੈ ਨਾ? ਨਹੀਂ ਯਾਦ? ਭੁੱਲ ਗਏ? ਕੋਈ ਗੱਲ ਨਹੀਂ। ਕੁਲਦੀਪ ਸਿੰਘ ਸੇਂਗਰ ਤਾਂ ਯਾਦ ਹੋਵੇਗਾ। ਗੋਪਾਲ ਕਾਂਡਾ, ਕਠੂਆ ਦੀ ਮਾਸੂਮ ਬੱਚੀ ਦੇ ਬਲਾਤਕਾਰ ਦੇ ਦੋਸ਼ੀਆਂ ਦੀ ਹਮਾਇਤ ਵਿੱਚ ਤਿਰੰਗਾ ਲੈ ਕੇ ਨਿਕਲੇ ਚਿਹਰੇ, ਕੁਝ ਤਾਂ ਯਾਦ ਹੋਵੇਗਾ। ਨਹੀਂ, ਇਹ ਵੀ ਨਹੀਂ ਯਾਦ। ਚਲੋ ਛੱਡੋ, ਫਿਰ ਕੱਢੋ ਮੋਮਬੱਤੀਆਂ, ਫੜੋ ਬੈਨਰ, ਕਿਸੇ ਚੁਰਾਹੇ 'ਚ ਜਗਾ ਆਈਏ। ਸ਼ਾਮ ਨੂੰ ਫੇਸਬੁੱਕ ਤੇ ਪਾਵਾਂਗੇ, ਵਹਿਸ਼ੀ ਹੰਸਿਆਰਿਆਂ ਦੀ ਨਿੰਦਾ ਕਰੀਏ। ਘਰ ਜਾ ਕੇ ਤਸੱਲੀ ਨਾਲ ਸਮੀਏ ਆਪਣਾ ਫਰਜ਼ ਨਿਭਾ ਆਏ ਹਾਂ, ਆਪਣਾ ਫਰਜ਼ ਨਿਭਾ ਆਏ ਹਾਂ। ਯਾਦ ਹੈ ਨਾ ਮਨੀਸ਼ਾ ਇਸ ਦੇਸ਼ ਦੀ ਬੇਟੀ ਹੈ ਹੀ ਨਹੀਂ, ਉਹ ਸਿਰਫ ਆਪਣੇ ਮਾਂ-ਬਾਪ ਦੀ ਬੇਟੀ ਹੈ। ਉਸ ਦਾ ਲਹੂ ਸਿਰਫ ਬਲਾਤਕਾਰੀਆਂ ਦੇ ਸਿਰ ਨਹੀਂ ਹੈ, ਇਹ ਉਸ ਸੂਬੇ ਦੇ ਜੋਗੀ ਸਿਰ ਵੀ ਹੈ, ਤੇ ਸਾਡੇ ਸਾਰਿਆਂ ਦੇ ਚਿਹਰੇ ਵੀ ਮਨੀਸ਼ਾ ਦੇ ਖੂਨ ਨਾਲ ਲੱਥਪੱਥ ਹਨ। ਅਸੀਂ ਭੁੱਲਦੇ ਰਹਾਂਗੇ, ਉਹ ਯਾਦ ਕਰਾਉਂਦੇ ਰਹਿਣਗੇ ਕਿ ਇਹ ਦੇਸ਼ ਉਹਨਾਂ ਦਾ ਹੈ, ਇਹ ਦੇਸ਼ ਉਹਨਾਂ ਦਾ ਹੈ। ਸਾਡੇ ਕੋਲ ਕੋਈ ਜਵਾਬ ਹੈ? ਹਰ ਡੁੱਲਦਾ ਲਹੂ ਸਵਾਲ ਪੁੱਛਦਾ ਹੈ, ਟੁੱਕੀ ਜੀਭ, ਟੁੱਟੀ ਰੀੜ ਦੀ ਹੱਡੀ ਸਵਾਲ ਕਰਦੀ ਹੈ। ਅੱਧੀ ਰਾਤ ਨੂੰ ਗੱਡੀਆਂ ਦੀਆਂ ਲਾਈਟਾਂ ਦੀ ਰੌਸ਼ਨੀ ਵਿੱਚ ਕਟੀ ਫਟੀ ਲਾਸ਼ ਨੂੰ ਲੱਗਾ ਲਾਂਬੂ ਕਈ ਕਿਸਮ ਦੇ ਸਵਾਲ ਖੜੇ ਕਰਦਾ ਹੈ।
ਸਾਡੇ ਕੋਲ ਜਵਾਬ ਹੈ। यूपी बहुत दूर है। जे ਇਹ ਘਟਨਾ ਮੇਰੇ ਨੇੜੇ ਕਿਤੇ ਹੋਈ ਹੁੰਦੀ ਤਾਂ ਸ਼ਾਇਦ ਮੈਂ ਵੀ ਖਾਮੋਸ਼ ਰਹਿਣਾ ਸੀ, ਪਰ ਇੰਨੀ ਦੂਰੋਂ ਤਾਂ ਬੋਲਿਆ ਹੀ ਜਾ ਸਕਦਾ ਹੈ, ਇੰਨੀ ਦੂਰੋਂ ਤਾਂ ਬੋਲਿਆ ਹੀ ਜਾ ਸਕਦਾ ਹੈ। ਨਜ਼ਮ ਦਾ ਨਾਂ ਹੈ ਰੁਕਿਓ ਜ਼ਰਾ। ਰੁਕਿਓ ਜ਼ਰਾ ਸੋਚ ਲਵਾਂ, ਬਲਾਤਕਾਰ ਤੇ ਕਵਿਤਾ ਲਿਖਣੀ ਹੈ ਜਾਂ ਮਾਸੂਮ ਬੱਚੀ ਦੇ ਹੱਥਾਂ ਵਿੱਚ ਹਥਿਆਰ ਦੇਣ ਬਾਰੇ ਸੋਚਣਾ ਹੈ। ਜੋ ਹੋ ਰਿਹਾ ਹੈ ਦੂਰ ਦੁਰਾਡੇ, ਨੇੜੇ ਹੁੰਦਿਆਂ ਬਾਰੇ ਤਾਂ ਅਸੀਂ ਅੱਖ ਵੀ ਨਹੀਂ ਪੁੱਟਦੇ। ਜੋ ਹੋ ਰਿਹਾ ਹੈ ਦੂਰ ਦੁਰਾਡੇ, ਉਸ ਤੇ ਸ਼ਰਮਸਾਰ ਹੋਣਾ ਹੈ, ਨਿੰਦਾ ਕਰਨੀ ਹੈ, ਗਾਲਾਂ ਕੱਢਣੀਆਂ ਨੇ, ਕਿਸੇ ਦਾ ਧਰਮ ਪੁਣਨਾ ਹੈ, ਧਰਮ ਅਸਥਾਨ ਨੂੰ ਬੁਰਾ ਭਲਾ ਕਹਿਣਾ ਹੈ, ਜਾਤ ਬਾਰੇ ਸੋਚਣਾ ਹੈ, ਫਿਰ ਫੈਸਲਾ ਲੈਣਾ ਹੈ। ਤੇ ਇਹ ਸਭ ਕੁਝ ਕਰਦਿਆਂ ਸਭ ਤੋਂ ਪਹਿਲਾਂ ਧਿਆਨ ਵਿੱਚ ਰੱਖਣੀ ਹੈ ਆਪਣੀ ਸੁਰੱਖਿਆ। ਵੈਣ ਪਾਉਣੇ ਨੇ, ਦੁਹੱਥੜੀ ਪਿੱਟਣਾ ਹੈ, ਬਾਜ ਅੱਖ ਆਪਣੇ ਭੱਜਣ ਦੇ ਰਾਹ ਤੇ ਰੱਖਣੀ ਹੈ। ਜੋ ਦਿਸਦਾ ਹੈ ਉਸੇ ਨੂੰ ਸੱਚ ਸਮਝਣਾ, ਪਿੱਛੇ ਲੁਕੀ ਗਹਿਰੀ ਸਾਜ਼ਿਸ਼ ਨੂੰ ਅਣਗੌਲੇ ਹੀ ਰਹਿਣ ਦੇਣਾ, ਬਸ ਇੰਨੀ ਕੁ ਗੱਲ ਹੈ। ਰੁਕਿਓ ਜ਼ਰਾ, ਰੁਕਿਓ ਜ਼ਰਾ, ਮੈਂ ਆਪਣੇ ਹਿੱਸੇ ਦਾ ਲੋਕ ਪੱਖੀ, ਮਜਲੂਮ ਹਾਮੀ ਤੇ ਦਰਿੰਦਗੀ ਵਿਰੋਧੀ ਹੋ ਲਵਾਂ। ਵੱਧ ਰਹੇ ਹਨੇਰੇ 'ਚ ਮੋਮਬੱਤੀਆਂ ਬਾਲਣ ਤੁਹਾਡੇ ਨਾਲ ਚੱਲਾਂਗਾ ਤੇ ਬੁਝਦੀ ਮੋਮਬੱਤੀ ਦੇ ਧੂਏ ਨੂੰ ਸੌਂਪ ਦਿਆਂਗਾ ਆਪਣੀ ਸੰਵੇਦਨਾ। ਤੇ ਫਿਰ ਹਨੇਰੀ ਜਿਹੀ ਨੁਕਰੇ, ਤੇ ਫਿਰ ਕਿਸੇ ਹਨੇਰੀ ਜਿਹੀ ਨੁਕਰੇ ਹਵਾ ਪਿਆਜ਼ੀ ਹੋ ਮਨ ਹੀ ਮਨ ਆਪਣੀ ਸਹਿਕਰਮਨ ਦੇ ਜਿਸਮ ਦਾ ਜੁਗਰਾਫੀਆ ਮਿਣਾਂਗਾ। ਤੇ ਫਿਰ ਕਿਸੇ ਹਨੇਰੀ ਜਿਹੀ ਨੁਕਰੇ ਹਵਾ ਪਿਆਜ਼ੀ ਹੋ ਮਨ ਹੀ ਮਨ ਆਪਣੀ ਸਹਿਕਰਮਨ ਦੇ ਜਿਸਮ ਦਾ ਜੁਗਰਾਫੀਆ ਮਿਣਾਂਗਾ ਤੇ ਆਪਣੀ ਵਹਿਸ਼ਤ ਦੀ ਜੁਗਾਲੀ ਕਰਾਂਗਾ। ਰੁਕਿਓ ਜ਼ਰਾ, ਤੁਸੀਂ ਰੁਕਿਓ ਜ਼ਰਾ। ਦੋਸਤੋ, ਇੱਕ ਵਾਰ ਫਿਰ ਕੁਝ ਸਾਲ ਪਹਿਲਾਂ ਨਿਰਭਇਆ, ਦਿੱਲੀ ਵਿੱਚ ਨਿਰਭਇਆ ਕਾਂਡ ਇੰਨਾ ਵੱਡਾ ਹੋਇਆ ਸੀ, ਜਦੋਂ ਸਾਡੇ ਨੌਜਵਾਨ ਬਹੁਤ ਸਾਰੇ ਦਿਨ ਇਕੱਠੇ ਹੋਏ ਤੇ ਇਸ ਸੋਗ ਮਨਾਇਆ, ਨਾਲ ਹੀ ਉਹਨਾਂ ਨੇ ਦੁੱਖ ਜ਼ਾਹਰ ਕੀਤਾ, ਗੁੱਸਾ ਜ਼ਾਹਰ ਕੀਤਾ। ਉਹਦੇ ਪਿੱਛੋਂ ਵੀ ਇਹ ਘਟਨਾਵਾਂ ਦਾ ਤਾਂਤਾ ਅਸਲ 'ਚ ਉਹ ਕੱਲੀ ਘਟਨਾ ਨਹੀਂ ਸੀ। ਅਜੇ ਸਾਡੀਆਂ ਯਾਦਾਂ ਵਿੱਚ ਉਹ, ਇਹਦੇ ਪਿੱਛੋਂ ਹੈਦਰਾਬਾਦ ਵਾਲੀ ਘਟਨਾ ਸਾਡੀਆਂ ਯਾਦਾਂ ਵਿੱਚ ਹੈ। ਇਹਦੇ ਪਿੱਛੋਂ ਅਨੇਕ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਸਾਡੀਆਂ ਯਾਦਾਂ ਵਿੱਚ ਨੇ, ਜੋ ਹੁਣ ਮਨੀਸ਼ਾ ਨਾਲ ਹੋਇਆ, ਜਿਹੜੀ ਲੜਕੀ ਦੀ ਕੱਲ ਮੌਤ ਹੋਈ ਹੈ। ਅਸਲ ਵਿੱਚ ਯਾਦ ਆਉਂਦਾ ਹੈ ਕਿ ਜਦੋਂ ਸਾਡੇ ਬਜ਼ੁਰਗ ਇਹ ਕਿਆ ਕਰਦੇ ਸੀ, ਜਿਹੜੀ ਪੀੜ੍ਹੀ ਬਜ਼ੁਰਗਾਂ ਦੀ ਹੁਣ ਖਤਮ ਹੋ ਰਹੀ ਹੈ ਜਾਂ ਖਤਮ ਹੋ ਗਈ ਹੈ, ਉਹ ਜਦੋਂ ਕਿਆ ਕਰਦੇ ਸੀ ਕਿ ਅੰਗਰੇਜ਼ਾਂ ਦੇ ਵੇਲੇ ਤਾਂ ਜਿਹੜਾ ਕਾਨੂੰਨ ਦੀ ਹਾਲਤ ਇੰਨੀ ਵਧੀਆ ਸੀ ਕਿ ਕੋਈ ਔਰਤ ਭਾਵੇਂ ਰਾਤ ਨੂੰ ਕੱਲੀ ਦੁਕੱਲੀ ਤੁਰੀ ਜਾਵੇ ਜਾਂ ਕਿੰਨਾ ਗਹਿਣਾ ਪਾ ਕੇ ਤੁਰੀ ਜਾਵੇ, ਮਜ਼ਾਲ ਹੈ ਉਹਦੇ ਵੱਲ ਕੋਈ ਵੇਖ ਜਾਵੇ, ਸਾਨੂੰ ਗੁੱਸਾ ਲੱਗਦਾ ਸੀ, ਕਿਉਂਕਿ ਸਾਨੂੰ ਲੱਗਦਾ ਸੀ ਕਿ ਅਸੀਂ ਬਹੁਤ ਸਾਰੀਆਂ ਕੀਮਤੀ ਜਾਨਾਂ ਦੀ ਕੁਰਬਾਨੀ ਦੇ ਕੇ ਇਹ ਆਜ਼ਾਦੀ ਹਾਸਲ ਕੀਤੀ ਹੈ ਤੇ ਹੁਣ ਇਹ ਪ੍ਰਜਾਤੰਤਰ ਹੈ, ਇਹ ਸਾਡਾ ਆਪਣਾ ਹੈ। ਪਰ ਇਹ ਸਿੱਧ ਹੋ ਰਿਹਾ ਹੈ ਕਿ ਸਾਡਾ ਪ੍ਰਜਾਤੰਤਰ ਵੀ ਸਾਡਾ ਨਹੀਂ ਰਿਹਾ, ਇਹਨੂੰ ਬਹੁਤ ਸਾਰੀਆਂ ਹੋਰ ਤਾਕਤਾਂ ਵੱਲੋਂ ਅਗਵਾ ਕੀਤਾ ਜਾ ਚੁੱਕਾ ਹੈ। ਸਾਡੇ ਪਹਿਲਾਂ ਤਾਂ ਸਾਡੇ ਨੌਜਵਾਨ ਲੜਕੇ ਮਰਦਾਂ ਦੀ ਉਹ ਪੀੜ੍ਹੀ ਹੈ ਜਿਹੜੀ ਇਹੋ ਜਿਹਾ ਕੰਮ ਕਰਦੀ ਹੈ। ਸਾਨੂੰ ਇਹਦੇ ਵਿੱਚ ਬਾਰ-ਬਾਰ ਸ਼ਰਮਿੰਦਗੀ ਹੁੰਦੀ ਹੈ ਕਿ ਇਹ ਪ੍ਰਜਾਤੰਤਰ ਕੈਸਾ ਪ੍ਰਜਾਤੰਤਰ ਹੈ ਜਿਹਦੇ ਵਿੱਚ ਆਜ਼ਾਦ ਹੋ ਕੇ ਅਸੀਂ ਆਪਣੀਆਂ ਚੰਗੀਆਂ ਆਦਤਾਂ ਤੋਂ ਵੀ ਆਜ਼ਾਦ ਹੋ ਗਏ ਹਾਂ। ਹੁਣ ਔਰ ਇੰਨੀਆਂ ਸਾਰੀਆਂ ਘਟਨਾਵਾਂ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਨਿਰਭਇਆ ਵੇਲੇ ਤਾਂ ਲੜਕੀ ਦਾ ਨਾਮ ਨਹੀਂ ਸੀ ਦੱਸਿਆ ਗਿਆ, ਪਰ ਹੁਣ ਮਨੀਸ਼ਾ ਦਾ ਨਾਮ ਹਰ ਇੱਕ ਜ਼ੁਬਾਨ ਤੇ ਹੈ, ਕਿਉਂਕਿ ਇਹ ਵਰਤਾਰਾ ਇੰਨਾ ਆਮ ਹੋ ਗਿਆ ਹੈ ਕਿ ਹੁਣ ਕਿਸੇ ਨੂੰ ਉਸ ਤਰ੍ਹਾਂ ਝਾਕਾ ਨਹੀਂ ਲੱਗ ਰਿਹਾ। ਅਸਲ 'ਚ ਮਨੀਸ਼ਾ ਦੀ ਜਿਹੜੀ ਕਹਾਣੀ ਹੈ, ਇਹ ਜੋ ਦੁਰਘਟਨਾ ਹੋਈ ਹੈ, ਇਹ ਇਸ ਤਰ੍ਹਾਂ ਹੈ ਕਿ ਇਸ ਜਿਹੜੇ ਪਿੰਡ ਵਿੱਚ ਇਹ ਰਹਿੰਦੇ ਨੇ ਉੱਥੇ ਵਾਲਮੀਕੀ 4 ਹੀ ਪਰਿਵਾਰ ਨੇ ਵਾਲਮੀਕੀਆਂ ਦੇ, ਬਾਕੀ ਪਰਿਵਾਰ ਠਾਕਰਾਂ ਦੇ ਨੇ। ਤਾਂ ਇਹ ਲੜਕੀ ਆਪਣੀ ਮਾਂ ਨਾਲ ਪਹਿਲੀਆਂ ਵਿੱਚ ਘਾਹ ਕੱਟ ਰਹੀ ਸੀ। ਇਹਦੀ ਮਾਂ ਅਸਲ 'ਚ ਘਾਹ ਕੱਟ ਰਹੀ ਸੀ, ਪਿੱਛੇ ਪਿੱਛੇ ਇਕੱਠਾ ਕਰਦੀ ਜਾ ਰਹੀ ਸੀ ਘਰ ਨੂੰ। ਤਾਂ ਉਹ ਲੜਕੇ ਜਿਹੜੇ ਸੀ ਉਹ ਪਹਿਲਾਂ ਹੀ ਉੱਥੇ ਲੁਕੇ ਬੈਠੇ ਸੀ। ਉਹਨਾਂ ਨੇ ਉਹਨੂੰ ਲੜਕੀ ਦੇ ਉਸੇ ਦੀ ਚੁੰਨੀ ਗਲ 'ਚ ਪਾ ਕੇ ਉਹਨੂੰ ਧੂ ਕੇ ਲੈ ਗਏ, ਉਹਦਾ ਮੂੰਹ ਬੰਦ ਕਰਕੇ,
ਤਾਂ ਉਹਦੇ ਨਾਲ ਚਾਰਾਂ ਨੇ ਬਲਾਤਕਾਰ ਤਾਂ ਕੀਤਾ, ਫਿਰ ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ, ਨਾਲ ਹੀ ਉਹਦੀ ਜੀਭ ਕੱਟ ਦਿੱਤੀ ਕਿ ਇਹ ਬੋਲ ਕੇ ਸਾਡੇ ਨਾਂ ਕਿਸੇ ਨੂੰ ਦੱਸ ਨਾ ਸਕੇ। ਪਰ ਉਹਦੀ ਮਾਂ ਨੇ ਜਦੋਂ ਵੇਖਿਆ ਕਿ ਪਿੱਛੇ ਲੜਕੀ ਨਹੀਂ ਆ, ਉਹਨੇ ਆਵਾਜ਼ਾਂ ਮਾਰਨੀਆਂ ਸ਼ੁਰੂ ਕੀਤੀਆਂ, ਲੱਭਣਾ ਸ਼ੁਰੂ ਕੀਤਾ, ਤੇ ਕਿੰਨੀ ਦੇਰ ਬਾਅਦ ਉਹ ਲੱਭਦੀ ਉਹਦੇ ਝਾੜੀਆਂ ਜਿਹੀਆਂ ਵਿੱਚੋਂ ਉਹਨੂੰ ਲੜਕੀ ਮਿਲੀ ਲਹੂ-ਲੁਹਾਨ ਹਾਲਤ ਵਿੱਚ। ਫਿਰ ਉਹਨੇ ਆਪਣੇ ਘਰਦਿਆਂ ਨੂੰ ਬੁਲਾਇਆ ਤਾਂ ਉਹਨੂੰ ਹਸਪਤਾਲ ਲੈ ਕੇ ਗਏ, ਨਾਲ ਥਾਣੇ ਰਿਪੋਰਟ ਦਰਜ ਕਰਾਈ। ਹੁਣ ਜਦੋਂ ਥਾਣੇ ਰਿਪੋਰਟ ਦਰਜ ਕਰਾਈ, ਉੱਥੇ ਇੱਕ ਹੋਰ ਜ਼ਿਆਦਤੀ ਹੁੰਦੀ ਹੈ। ਉੱਥੇ SHO ਨੇ ਰਿਪੋਰਟ ਦਰਜ ਕੀਤੀ ਕਿ ਮਾਰ ਕੁਟਾਈ ਸਿਰਫ ਹੋਈ ਹੈ। ਹੁਣ ਇਹ ਵੀ ਇੱਕ ਤਰਾਸਦੀ ਹੈ ਕਿ ਉਹ ਜਿਹੜਾ SHO ਹੈ ਉਹ ਵੀ ਠਾਕਰ ਜਾਤੀ ਦਾ ਸੀ, ਤੇ ਉਹਨੇ ਰਿਪੋਰਟ ਇਸ ਤਰ੍ਹਾਂ ਦਰਜ ਕੀਤੀ। ਸਾਨੂੰ ਪਤਾ ਹੈ ਕਿ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਰਿਪੋਰਟਾਂ ਇਸ ਤਰੀਕੇ ਨਾਲ ਦਰਜ ਹੁੰਦੀਆਂ ਨੇ। ਫਿਰ ਜਦੋਂ ਲੜਕੀ ਨੇ ਆਪਣੇ ਬਿਆਨ ਦਿੱਤੇ, ਜੀਭ ਕੱਟੀ ਹੋਣ ਦੇ ਬਾਵਜੂਦ ਉਹਨੇ ਇਸ਼ਾਰਿਆਂ ਨਾਲ ਸਭ ਕੁਝ ਸਮਝਾਇਆ, ਲੜਕਿਆਂ ਦੇ ਨਾਮ ਦੱਸੇ, ਤਾਂ ਉਹ ਲੜਕੇ ਗ੍ਰਿਫਤਾਰ ਹੋਏ। ਤੇ ਫਿਰ ਇਹ ਮਸਲਾ 14 ਦਿਨ ਹਸਪਤਾਲ ਰਹਿਣ ਪਿੱਛੋਂ ਉਹ ਲੜਕੀ ਅਖੀਰ ਆਪਣੀ ਜਾਨ ਦੇ ਗਈ ਹੈ, ਜਾਨ ਤੋਂ ਹਾਰ ਗਈ ਹੈ। ਤਾਂ ਇਹ ਨਾਲ ਸਮਾਜ ਵਾਸਤੇ ਇੱਕ ਸ਼ਰਮਿੰਦਗੀ ਦਾ ਧੱਬਾ ਹੋਰ ਛੱਡ ਗਈ ਹੈ ਕਿ ਇਹ ਕੀ ਹੈ। ਅਸਲ ਵਿੱਚ ਇਹ ਜਿਹੜੀ ਕਹਾਣੀ ਹੈ ਇਹ 20 ਸਾਲ ਪਿੱਛੇ ਤੱਕ ਜਾਂਦੀ ਹੈ, ਜਦੋਂ ਮਨੀਸ਼ਾ ਦੇ ਦਾਦੇ ਨੂੰ ਉਹਨਾਂ ਲੜਕਿਆਂ ਦੇ ਦਾਦੇ ਨੇ ਮਾਰਿਆ ਕੁੱਟਿਆ ਸੀ, ਤੇ ਸ਼ਿਕਾਇਤ ਕਰਨ ਤੇ ਉਹ 3 ਮਹੀਨੇ ਉਹਨਾਂ ਲੜਕਿਆਂ ਦਾ ਦਾਦਾ ਜੇਲ੍ਹ ਵਿੱਚ ਰਿਹਾ ਸੀ। ਉਦੋਂ ਤੋਂ ਉਸ ਪਰਿਵਾਰ ਦੀ ਦੁਸ਼ਮਣੀ ਇਹਨਾਂ ਨਾਲ ਚੱਲੀ ਆਉਂਦੀ ਹੈ। ਤੇ ਇਹ ਸਾਰੀਆਂ ਸਾਨੂੰ ਪਤਾ ਹੈ ਕਿ ਸਾਡੇ ਸਮਾਜ ਸਾਰੀਆਂ ਦੁਸ਼ਮਣੀਆਂ ਜਿਹੜੀਆਂ ਨੇ ਔਰਤਾਂ ਦੇ ਵਿੱਚੋਂ ਹੀ ਕੱਢੀਆਂ ਜਾਂਦੀਆਂ ਨੇ, ਉਹਨਾਂ ਸਾਰਿਆਂ ਦਾ ਬਦਲਾ ਔਰਤਾਂ ਤੋਂ ਲਿਆ ਜਾਂਦਾ ਹੈ। ਤੇ ਇਸੇ ਤਰ੍ਹਾਂ ਹੀ ਮਨੀਸ਼ਾ ਨਾਲ ਹੋਇਆ। ਹੁਣ ਇਹੋ ਜਿਹੀ ਬੁਰੀ ਹਰਕਤ ਜਿਹੜੀ ਹੈ ਉਹ ਜਿੱਥੇ ਸਾਨੂੰ ਸ਼ਰਮਿੰਦਿਆਂ ਕਰਦੀ ਹੈ, ਪਰ ਸਾਨੂੰ ਨਹੀਂ ਸਮਝ ਆਉਂਦੀ ਕਿ ਸਾਡੇ ਨੌਜਵਾਨੀ ਜਿਹੜੀ ਹੈ ਉਹ ਕਿੱਧਰ ਨੂੰ ਜਾ ਰਹੀ ਹੈ, ਤੇ ਉਹ ਇਸ ਤਰੀਕੇ ਨਾਲ ਹੀ ਕਿਉਂ ਚੱਲਦੀ ਹੈ ਕਿ ਉਹ ਲੜਕੀਆਂ ਚੋਂ ਹੀ ਸਾਰੇ ਬਦਲੇ ਕੱਢੇ ਜਾਣ, ਨਾਲ ਸਮਾਜ ਦੇ ਵਿੱਚ ਆਪਣੇ ਮਾਂ-ਬਾਪ ਨੂੰ, ਸਾਰਿਆਂ ਨੂੰ, ਸਮਾਜ ਨੂੰ ਸ਼ਰਮਿੰਦਗੀ ਦਾ ਦਾਗ ਦਿੱਤਾ ਜਾ ਸਕੇ। ਉਸ ਮਨੀਸ਼ ਬੱਚੀ ਨੇ ਜਿਹੜੀ ਅੱਧ ਖਿੜੀ ਕਲੀ ਸੀ ਅਜੇ, ਜਿਹੜੀ ਇੰਨੀ ਬਹਾਦਰ ਸੀ ਕਿ ਜੀਭ ਕੱਟੀ ਹੋਣ ਦੇ ਬਾਵਜੂਦ ਵੀ ਉਹ ਆਪਣੇ ਜੋ ਉਹਨੇ ਕਹਿਣਾ ਸੀ ਉਹ ਕਹਿ ਗਈ। ਉਹਨੇ ਵੱਡੀ ਹੋ ਕੇ ਕਿੰਨੀ ਬਹਾਦਰ ਹੋਣਾ ਸੀ, ਕੀ ਕਰਨਾ ਸੀ, ਇਹ ਸਾਰੇ ਪ੍ਰਸ਼ਨ ਜਿਹੜੇ ਨੇ ਉਹ ਅਧੂਰੇ ਪਏ ਰਹਿ ਗਏ ਨੇ ਸਾਡੇ ਕੋਲ। ਤੇ ਇਸ ਵੇਲੇ ਉਸ ਮਾਸੂਮ ਬੱਚੀ ਨੂੰ ਸ਼ਰਧਾਂਜਲੀ ਦਿੰਦਿਆਂ ਹੋਇਆਂ, ਉਹਦੀ ਜਾਂਬਾਜ਼ੀ ਤੇ ਹਿੰਮਤ ਨੂੰ ਵੀ ਨਾਲ ਹੀ ਸਲਾਮ ਕਰਦਿਆਂ ਹੋਇਆਂ ਸ਼ਰਮ ਆਉਂਦੀ ਹੈ ਕਿ ਅਜਿਹੇ ਲੋਕਾਂ ਨੂੰ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ। ਇਹ ਸਾਡੇ ਸਿਆਣੇ ਲੋਕਾਂ ਨੂੰ ਮਿਲ ਬੈਠ ਕੇ ਸੋਚਣ ਦੀ ਲੋੜ ਹੈ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਮਨੁੱਖ ਨੂੰ ਅਸ਼ਰਫ ਉਲ ਮਖਲੂਕਾਤ, ਕਰਾਊਨ ਆਫ ਕ੍ਰੀਏਸ਼ਨ, ਸਿਰਮੌਰ ਪ੍ਰਾਣੀ ਆਖਿਆ ਗਿਆ ਹੈ। ਤੇ ਇਸ ਦੇਸ਼ ਵਿੱਚ ਖਾਸ ਕਰਕੇ ਜਿੱਥੇ ਔਰਤ ਨੂੰ ਦੇਵੀਆਂ ਕਰਕੇ ਜਾਣਿਆ ਜਾਂਦਾ, ਦੇਵੀਆਂ ਕਰਕੇ ਪੂਜਿਆ ਜਾਂਦਾ, ਧੀਆਂ ਦੀ ਕੰਜਕਾਂ ਕਰਕੇ ਪੂਜਾ ਹੁੰਦੀ, ਉਸੇ ਦੇਸ਼ ਦੇ ਵਿੱਚ ਜਬਰ ਜਨਾਹ ਵਰਗੀਆਂ ਘਿਨਾਉਣੀਆਂ ਘਟਨਾਵਾਂ ਜੋ ਵਾਪਰ ਰਹੀਆਂ, ਉਹਨਾਂ ਨੂੰ ਦੇਖਦੇ ਹੋਏ ਬੰਦਾ ਹੋਣ ਦੇ ਉੱਪਰ ਵੀ ਇੱਕ ਪ੍ਰਸ਼ਨ ਚਿੰਨ੍ਹ ਹੈ ਜੋ ਉਹ ਲੱਗ ਰਿਹਾ ਹੈ। ਅਸੀਂ ਪਸ਼ੂਆਂ ਲਈ ਪਸ਼ੂਪੁਣਾ, ਜੰਗਲੀ ਇਹ ਲਕਬ ਇਸਤੇਮਾਲ ਕਰਦੇ ਰਹੇ ਹਾਂ, ਪਰ ਹੁਣ ਲੱਗਦਾ ਹੈ ਕਿ ਸਾਡਾ ਜੋ ਜੀਵਨ ਹੈ ਉਹਨਾਂ ਤੋਂ ਕਿਤੇ ਥੱਲੇ ਹੈ। ਉਹ ਸਾਡੇ ਨਾਲੋਂ ਬਹੁਤ ਉੱਨਤ ਨੇ, ਉਹਨਾਂ ਵਿੱਚ ਇਸ ਤਰ੍ਹਾਂ ਦੇ ਜਬਰ ਜਨਾਹ ਨਹੀਂ ਗੇ। ਤੇ ਜਬਰ ਜਨਾਹ ਵੀ ਕੀ, ਉਸ ਤੋਂ ਅੱਗੇ ਜਾ ਕੇ ਬਹੁਤ ਹੀ ਬੇਰਹਿਮੀ ਦੇ ਨਾਲ ਕਤਲ ਕਰ ਦੇਣਾ, ਇਹ ਸਾਰੀਆਂ ਜੋ ਘਟਨਾਵਾਂ ਹਨ ਮਨੁੱਖੀ ਇਤਿਹਾਸ ਦੇ ਵਿੱਚ ਮਨੁੱਖ ਜਾਤੀ ਦੇ ਉੱਪਰ ਕਲੰਕ ਰਹਿਣਗੀਆਂ, ਕਲੰਕ ਸਮਝੀਆਂ ਜਾਣਗੀਆਂ। ਸੋ ਆਪਾਂ ਇਹਨਾਂ ਸਾਰੇ ਵਰਤਾਰਿਆਂ ਨੂੰ ਘੋਖਦੇ ਹੋਏ, ਦੇਖਦੇ ਹੋਏ ਇਹਨਾਂ ਦੇ ਵਿੱਚੋਂ ਉੱਭਰਨਾ ਹੈ, ਇਹਨਾਂ ਦੇ ਪਾਰ ਜਾਣਾ ਹੈ, ਮੁੜ ਆਪਣਾ ਜੋ
ਗੌਰਵ ਹੈ ਉਸ ਨੂੰ ਬਰਕਰਾਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਹਨਾਂ ਮਾੜੀਆਂ ਘਟਨਾਵਾਂ ਦੇ ਦੌਰ ਵਿੱਚ ਕਈ ਕੁ ਘਟਨਾਵਾਂ ਨੂੰ ਪਿੱਠ ਭੂਮੀ ਵਿੱਚ ਰੱਖ ਕੇ ਇੱਕ ਨਜ਼ਮ ਹੈ, ਉਹ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਮੋਮਬੱਤੀਆਂ ਦੀ ਲੋਚ, ਵੇਖ ਚਿੱਤਰਕਾਰ, ਮੈਂ ਭਾਰਤ ਮਾਤਾ ਭਗਤ ਸਿੰਘ ਵਾਲੀ ਫੋਟੋ ਦੀ ਬੈਕਗਰਾਉਂਡ 'ਚੋਂ ਬਾਹਰ ਆ ਗਈ ਹਾਂ। ਵੇਖ ਚਿੱਤਰਕਾਰ, ਮੈਂ ਭਾਰਤ ਮਾਤਾ ਭਗਤ ਸਿੰਘ ਵਾਲੀ ਫੋਟੋ ਦੀ ਬੈਕਗਰਾਉਂਡ 'ਚੋਂ ਬਾਹਰ ਆ ਗਈ ਹਾਂ। ਆਜ਼ਾਦ ਹੋ ਕੇ ਵੇਖ ਮੇਰੀ ਆਜ਼ਾਦੀ ਖਿਲਾਫ ਹੋ ਰਹੇ ਮੁਜ਼ਾਹਰੇ, ਫਤਵੇ ਸੁਣਾ ਰਹੀਆਂ ਖਾਪਾਂ, ਸੁੰਨ ਹੋਈ ਸੰਸਦ, ਊਂਘ ਰਹੇ ਕਾਨੂੰਨ ਨਿਆਂ। ਰਾਜਧਾਨੀ ਹੀ ਨਹੀਂ, ਸ਼ਹਿਰ ਸ਼ਹਿਰ ਦੀ ਸੜਕ, ਖੇਤ ਖਲਿਹਾਨਾਂ 'ਚ ਖਿਲਰੀ ਪਈ ਹਾਂ ਮੈਂ। ਚੁੱਪਚਾਪ ਮੇਰੇ ਖੂਨ 'ਚ ਨਹਾ ਰਹੀ ਏ ਤੂੰ। ਮੀਲ ਪੱਥਰਾਂ ਵਾਂਗੂ ਜੰਮ ਗਏ ਲੋਕ। 21ਵੀਂ ਸਦੀ, ਮੋਮਬੱਤੀਆਂ ਦੀ ਲੋਚ, ਟੁਕੜੇ ਚੁਭ ਰਹੀ ਮੇਰੇ। 21ਵੀਂ ਸਦੀ, ਮੋਮਬੱਤੀਆਂ ਦੀ ਲੋਚ, ਟੁਕੜੇ ਚੁਭ ਰਹੀ ਮੇਰੇ। ਮਰਦਾਨਗੀ। ਮੇਰੀ ਆਤਮਾ ਦੀ ਸ਼ਾਂਤੀ ਲਈ ਹੋਰ ਅਰਦਾਸ ਨਾ ਕਰੋ। ਅਜੇ ਮੈਂ ਤੁਹਾਡੀ ਮਰਦਾਨਗੀ ਦੇ ਗਲ ਪੈਣ ਵਾਲੇ ਤਗਮਿਆਂ ਦੀ ਗਿਣਤੀ ਕਰਨੀ ਹੈ। ਕੱਟੀ ਜੀਭ ਦੇ ਲਹੂ ਨਾਲ ਆਪਣੇ ਵਰਗੀ ਹੋਣੀ ਭੁਗਤ ਚੁੱਕੀਆਂ ਤੇ ਭੁਗਤਣ ਵਾਲਿਆਂ ਦੀਆਂ ਚੀਕਾਂ ਦਾ ਇਤਿਹਾਸ ਲਿਖਣਾ ਹੈ। ਟੁੱਟੀ ਰੀੜ ਸੰਗ ਰਿੰਗਦਿਆਂ ਰਲ ਜਾਣਾ ਹੈ ਸੂਹੇ ਅਸਮਾਨ 'ਚ, ਤੇ ਨੇਰੀ ਬਣ ਸ਼ੂਕਦਿਆਂ ਬੁਝਾ ਦੇਣੀਆਂ ਨੇ ਤੁਹਾਡੇ ਹੱਥਾਂ ਵਿੱਚ ਫੜੀਆਂ ਸਭ ਮੋਮਬੱਤੀਆਂ। ਕਿ ਮੇਰੀ ਹੱਤਿਆ ਤੁਹਾਡੇ ਮਨ ਪਰਚਾਵੇ ਦਾ ਸਾਧਨ ਨਹੀਂ। ਮੇਰੀ ਹੱਤਿਆ ਤੁਹਾਡੇ ਮਨ ਪਰਚਾਵੇ ਦਾ ਸਾਧਨ ਨਹੀਂ। ਅੱਜ ਜੋ ਹਾਲਾਤ ਨੇ, ਉਹਨਾਂ ਦੇ ਪ੍ਰਸੰਗ ਵਿੱਚ ਹੀ ਇੱਕ ਨਜ਼ਮ ਹੈ ਜੋ ਕਿ ਮੈਂ ਚਿੜੀ ਦਾ ਪ੍ਰਤੀਕ ਲੈ ਕੇ ਲਿਖੀ ਸੀ। ਸਾਡੇ ਮਿਥਿਹਾਸ ਵਿੱਚ ਆਉਂਦਾ ਹੈ, ਇੱਕ ਲੋਕ ਕਹਾਣੀ ਹੈ, ਸਾਡੇ ਲਈ ਲੋਕਯਾਨ ਵਿੱਚ ਆਉਂਦਾ ਹੈ ਕਿ ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ। ਮੈਂ ਉਸ ਮਿੱਥ ਨੂੰ, ਉਸ ਲੋਕ ਕਹਾਣੀ ਨੂੰ ਆਪਣੇ ਅੰਦਾਜ਼ ਵਿੱਚ, ਕਾਵਕ ਅੰਦਾਜ਼ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਪੇਸ਼ ਹੈ, ਆਪ ਸਭ ਦੀ ਨਜ਼ਰ ਹੈ ਕਿ ਚਿੜੀ ਹੁੱਸੜ ਹੈ ਬਾਹਰ, ਬਹੁਤ ਗਰਮ खतरनाक है मौसम। हुस्सड़ है बाहर, बहुत गर्म खतरनाक है मौसम। जरूर ठंडा पानी पीवे जीवे चिड़ी। जरूर ठंडा पानी पीवे जीवे चिड़ी। मेहनता नाल बनाई उसकी खिचड़ी कां खा गया है। मेहनता नाल बनाई उसकी खिचड़ी कां खा गया है। उसकी असमत नूं भी दाग ला गया है। पीवे ठंडा पानी, पीवे ठंडा पानी, देवे तरवास हौसला खुद नूं। पीवे ठंडा पानी, देवे हौसला तरवास खुद नूं। फिर ठरम्मे नाल परे इकट्ठी करे। फिर ठरम्मे नाल परे इकट्ठी करे। भरी सभा विच होवे सुनवाई। भरी सभा विच होवे सुनवाई। चल ना सके जिथे किसे चोर दे हक विच किसे भी डड्डू दी गवाही। चल ना सके जिथे चोर दे हक विच किसे भी डड्डू दी गवाही। ठंडा पानी पीवे, ठंडा पानी पीवे जीवे चिड़ी। हर हीला करे हर वार, चिड़ी बेचारी ही क्यों मरे। ठंडा पानी पीवे जीवे, हर हीला करे हर वार, चिड़ी बेचारी ही क्यों मरे। सैया वरे पहला इल्लां बाजां संग जा पिड़ी सी अपने हिस्से दे आसमान लई। सैया वरे पहला हर वार
ਇੱਲਾਂ ਬਾਜਾਂ ਸੰਗ ਜਾ ਪਿੜੀ ਸੀ, ਆਪਣੇ ਹਿੱਸੇ ਦੇ ਅਸਮਾਨ ਲਈ ਆਪਣੇ ਸਰੂਪ ਵਿੱਚ ਜਾਗੀ। ਆਪਣੇ ਸਰੂਪ ਵਿੱਚ ਜਾਗੀ ਜੇ ਤਾਂ ਕਾਵਾਂ ਲਈ ਹੋਵੇਗੀ ਅੱਜ ਵੀ ਕਾਲ ਹੀ। ਕਾਵਾਂ ਲਈ ਹੋਵੇਗੀ ਅੱਜ ਵੀ ਕਾਲ ਹੀ। ਬਹੁਤ ਬਹੁਤ ਧੰਨਵਾਦ।